ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਕੀ ਹੈ ਚਰਿਤ੍ਰੋਪਖਿਆਨ। ਮੈਂ ਬੇਨਤੀ ਕਰਾਂ ਕਿ ਚਰਿਤ੍ਰੋਪਖਿਆਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦੀ ਐਸੀ ਮਹਾਨ ਰਚਨਾ ਹੈ ਕਿ ਜਿਸ ਵਿੱਚ ਸਮਾਜ ਦੀਆਂ ਕਮਜ਼ੋਰੀਆਂ, ਸਮਾਜ ਦੀਆਂ ਕੁਰੀਤੀਆਂ ਕੇਵਲ ਦਰਸਾਈਆਂ ਨਹੀਂ, ਸਗੋਂ ਕਮਜ਼ੋਰੀਆਂ ਤੋਂ ਬਚਣ ਦੀ ਹਦਾਇਤ ਕੀਤੀ ਅਤੇ ਹਦਾਇਤ ਦੇ ਨਾਲ ਬਚਣਾ ਸਿਖਾਇਆ। ਹੁਣ ਕਹਿ ਦਿੰਦੇ ਨੇ ਕਿ ਇਸ ਵਿੱਚ ਕੇਵਲ ਤੇ ਕੇਵਲ ਇਸਤਰੀਆਂ ਦੇ ਚਰਿੱਤਰ ਨੇ, ਪਰ ਨਹੀਂ, ਬਲਕਿ ਇਸਤਰੀ ਮਰਦ ਦੋਵਾਂ ਦੇ ਚਰਿੱਤਰ ਨੇ। ਔਰ ਫਿਰ ਇਸਤਰੀ ਦੇ ਚਰਿੱਤਰ ਵੀ ਕੇਵਲ ਚਰਿੱਤਰ ਦੇ ਗਿਰਾਵਟ ਵਾਲੇ ਨਹੀਂ, ਬਲਕਿ ਇਸਤਰੀ ਦੀ ਬਹਾਦਰੀ ਦੇ ਚਰਿੱਤਰ ਵੀ ਨੇ। 195 204 ਚਰਿੱਤਰ ਦੇ ਅੰਦਰ ਇਸਤਰੀ ਦੀ ਬਹਾਦਰੀ ਵੀ ਦਰਸਾਈ ਹੈ। ਪਰ ਮਹਾਰਾਜ ਨੇ ਐਸੀ ਰਚਨਾ ਕਿਉਂ ਕੀਤੀ? ਵੇਖੋ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਫਰਮਾਨ ਹੈ, ਨਿਮਖ ਕਾਮ ਸਵਾਦ ਕਾਰਨ ਕੋਟ ਦਿਨਸ ਦੁਖ ਪਾਵਹੇ, ਘਰੀ ਮੋਹਤ ਰੰਗ ਮਾਣਹੇ ਫਿਰ ਬਹੁਰ ਬਹੁਰ ਪਛਤਾਵਹੇ। ਕਾਮ ਕ੍ਰੋਧ ਕਾਇਆ ਕੋ ਗਾਲੈ, ਜੋ ਕੰਚਨ ਸੁਹਾਗਾ ਢਾਲੈ। ਖਾਲਸਾ ਜੀ ਮਹਾਰਾਜ ਨੇ ਕਾਮ ਤੋਂ ਸਾਵਧਾਨ ਕੀਤਾ। 5 ਵਿਕਾਰਾਂ ਵਿੱਚੋਂ ਪ੍ਰਥਮ ਹੈ ਇਹ ਕਾਮ। ਅਤੇ ਵਿਦਵਾਨ ਸੱਜਣਾ ਦਾ ਕਥਨ ਹੈ ਕਿ ਜੇਕਰ ਇੱਕ ਮੂਰਖ ਦੀ ਬੁੱਧੀ ਦੇ ਗਿਆਨ ਨੂੰ ਇਕੱਠਾ ਕਰ ਲਈਏ ਔਰ ਉਸ ਗਿਆਨ ਨੂੰ 100 ਵਾਰ ਗੁਣਾ ਕਰ ਲਈਏ ਤੇ ਇੱਕ ਆਮ ਇਨਸਾਨ ਦੀ ਬੁੱਧੀ ਜਿੰਨਾ ਗਿਆਨ ਬਣਦਾ ਹੈ। ਤੇ ਜੇ ਇੱਕ ਆਮ ਇਨਸਾਨ ਦੀ ਬੁੱਧੀ ਦੇ ਗਿਆਨ ਨੂੰ ਇਕੱਠਾ ਕਰਕੇ 100 ਵਾਰ ਗੁਣਾ ਕਰੀਏ ਤਾਂ ਇੱਕ ਵਿਦਵਾਨ, ਇੱਕ ਪੰਡਤ ਜਿਹਾ ਗਿਆਨ ਬਣਦਾ ਹੈ। ਜੇ ਇੱਕ ਪੰਡਤ ਦੀ ਬੁੱਧੀ ਦੇ ਗਿਆਨ ਨੂੰ 100 ਵਾਰ ਗੁਣਾ ਕਰੀਏ ਤੇ ਇੱਕ ਰਾਜੇ ਜਿਹੀ ਬੁੱਧੀ ਬਣਦੀ ਹੈ। ਜੇ ਇੱਕ ਰਾਜੇ ਦੀ ਬੁੱਧੀ ਦੇ ਗਿਆਨ ਨੂੰ 100 ਵਾਰ ਗੁਣਾ ਕਰੀਏ ਤਾਂ ਇੱਕ ਮਹਾਰਾਜੇ ਦੀ ਬੁੱਧੀ ਬਣਦੀ ਹੈ। ਇੱਕ ਮਹਾਰਾਜੇ ਦੀ ਬੁੱਧੀ ਦੇ ਗਿਆਨ ਨੂੰ ਜੇਕਰ 100 ਵਾਰ ਫਿਰ ਗੁਣਾ ਕਰੀਏ ਤਾਂ ਖਾਲਸਾ ਜੀ ਇੱਕ ਬਾਦਸ਼ਾਹ ਜਿਹੀ ਬੁੱਧੀ ਬਣਦੀ ਹੈ। ਭਾਵ ਇੰਨਾ ਗਿਆਨ ਇਕੱਠਾ ਹੁੰਦਾ ਹੈ। ਹੁਣ ਮੈਂ ਬੇਨਤੀ ਕਰਾਂ ਕਿ ਇੰਨਾ ਗਿਆਨ ਇਕੱਠਾ ਕਰੋ ਤਾਂ ਜਾ ਕੇ ਕੋਈ ਵਿਦਵਾਨ ਬਣਦਾ ਹੈ, ਕੋਈ ਰਾਜਾ ਬਣਦਾ ਹੈ, ਕੋਈ ਮਹਾਰਾਜਾ ਬਣਦਾ ਤੇ ਕੋਈ ਬਾਦਸ਼ਾਹ ਬਣਦਾ ਹੈ। ਪਰ ਇਤਨੇ ਗਿਆਨ ਦੇ ਬਾਵਜੂਦ ਵੀ ਇਹ ਸਭ ਕਾਮ ਅੱਗੇ ਹਾਰ ਗਏ, ਕਾਮ ਨੂੰ ਜਿੱਤ ਨਹੀਂ ਸਕੇ। ਕਾਮ ਕ੍ਰੋਧ ਅਹੰਕਾਰ ਮਾਤੇ ਵਿਆਪਿਆ ਸਭ ਸੰਸਾਰ, ਕਾਮ ਕ੍ਰੋਧ ਪਸਰਿਆ ਸੰਸਾਰੇ, ਆਏ ਜਾਏ ਦੁਖ ਪਾਵਣਿਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਕਾਮ ਦੇ ਵਿੱਚ ਵੱਡੇ ਵੱਡੇ ਲੋਕ ਗਲਕਤ ਹੋ ਗਏ। ਸੰਸਾਰ ਦੇ ਵਿੱਚ ਲੋਕ ਦੁੱਖ ਪਾ ਰਹੇ ਨੇ ਔਰ ਐਸੇ ਵੈਰੀ ਨੂੰ ਜਿੱਤਣਾ ਬਹੁਤ ਹੀ ਕਠਿਨ ਹੈ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਰਪਾ ਕੀਤੀ ਕਿ ਐਸੇ ਵੈਰੀ ਨੂੰ ਅੰਤਰਮੁਖੀ ਧਰਮ ਯੁੱਧ ਦੇ ਵਿੱਚ ਜਿੱਤਣ ਲਈ ਕਲਗੀਧਰ ਪਾਤਸ਼ਾਹ ਨੇ ਖਜ਼ਾਨਾ ਬਖਸ਼ਿਆ। ਦਸਮ ਕਥਾ ਭਾਗਵਤ ਕੀ ਭਾਖਾ ਕਰੀ ਬਨਾਏ, ਅਵਰ ਬਾਸਨਾ ਨਾਹੇ ਪ੍ਰਭ ਧਰਮ ਯੁੱਧ ਕੇ ਚਾਹੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਪਸ਼ਟ ਕੀਤਾ ਕਿ ਖਾਲਸਾ ਜੀ ਧਰਮ ਯੁੱਧ ਦੇ ਵਿੱਚ ਜਿੱਤ ਪ੍ਰਾਪਤ ਕਰਨ ਦੇ ਚਾਅ ਨੂੰ ਮੁੱਖ ਰੱਖਦਿਆਂ ਇਹ ਰਚਨਾ ਕੀਤੀ ਹੈ। ਹੁਣ ਵੇਖੋ, ਜਦ ਖਾਲਸੇ ਦੀ ਰਹਿਤ ਦੱਸੀ ਨਾ ਤਾਂ ਪਰਾਏ ਤਨ ਤੋਂ ਵਰਜਿਆ ਮਹਾਰਾਜ ਨੇ। ਬਾਣੀ ਅੰਦਰ ਵੀ ਇਸ ਭਿਆਨਕ ਬਿਮਾਰੀ ਦਾ ਸ਼ਿਕਾਰ ਹੋਣ ਤੋਂ ਵਰਜਿਆ। ਤੇ ਜੇ ਡਾਕਟਰ ਬਿਮਾਰੀ ਦੱਸ ਦਵੇ ਕਿ ਬਿਮਾਰੀ ਤਾਂ ਹੈ, ਪਰ ਨਾ ਬਿਮਾਰੀ ਤੋਂ ਬਚਣ ਦਾ ਇਲਾਜ ਦੱਸੇ ਤੇ ਨਾ ਹੀ ਦੱਸੇ ਕਿ ਬਿਮਾਰੀ ਖਤਰਨਾਕ ਕਿੰਨੀ ਕੀ ਹੈ, ਤੇ ਬੰਦਾ ਲਾਪਰਵਾਹ ਹੋ ਜਾਂਦਾ। ਬੰਦਾ ਉਪਾਅ ਨਹੀਂ ਕਰਦਾ, ਬਚਣ ਦਾ ਹੀਲਾ ਵਸੀਲਾ ਨਹੀਂ ਕਰਦਾ, ਅਖੀਰ ਬਿਮਾਰੀ ਦਾ ਸ਼ਿਕਾਰ ਹੋ ਜਾਂਦਾ ਹੈ, ਗਲਕਤ ਹੋ ਜਾਂਦਾ ਹੈ। ਪਰ ਜੇ ਡਾਕਟਰ ਪਹਿਲਾਂ ਹੀ ਦੱਸ ਦੇਵੇ ਕਿ ਭਾਈ ਇਹ ਬਿਮਾਰੀ ਸਮਾਜ ਵਿੱਚ ਆ ਚੁੱਕੀ ਹੈ, ਇਹਦਾ ਇਹ ਨੁਕਸਾਨ ਹੈ, ਇਹਦਾ ਇਹ ਬਚਣ ਦਾ ਤਰੀਕਾ ਹੈ, ਤਾਂ ਬੰਦਾ ਉਦਮ ਕਰਦਾ ਹੈ, ਯਤਨ ਕਰਦਾ ਹੈ। ਖਾਲਸਾ ਜੀ, ਜੇ ਵਿਗਿਆਨ ਨੇ, ਜੇ ਡਾਕਟਰਾਂ ਨੇ ਕੈਂਸਰ ਵਰਗੀਆਂ ਮਹਾਮਾਰੀਆਂ ਤੋਂ ਸਾਵਧਾਨ ਕੀਤਾ ਤਾਂ ਹੀ ਬੰਦਾ ਬਚਦਾ ਫਿਰਦਾ ਹੈ। ਜੇ ਬਿਮਾਰੀ ਬਾਰੇ ਨਾ ਦੱਸਦੇ, ਨਾ ਨੁਕਸਾਨ ਬਾਰੇ ਦੱਸਦੇ, ਤਾਂ ਹੋ ਸਕਦਾ ਹੈ ਨਾ ਹੀ ਕੋਈ ਇਲਾਜ ਕਰਦਾ ਤੇ ਨਾ ਹੀ ਕੋਈ ਬਚਣ ਦਾ ਹੀਲਾ ਵਸੀਲਾ ਕਰਦਾ। ਜੇ ਇਲਾਜ ਨਾ ਦੱਸਿਆ ਜਾਏ ਤੇ ਕੌਣ ਬਚੇਗਾ, ਕੌਣ ਸਾਵਧਾਨ ਹੋਵੇਗਾ? ਇਸ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਨੇ ਰਚਨਾ ਕੀਤੀ ਤੇ ਸ਼ੁਰੂਆਤ ਦੇ ਵਿੱਚ ਪਹਿਲਾ ਮੰਗਲਾਚਰਨ ਕੀਤਾ ਅਕਾਲ ਪੁਰਖ ਦਾ, ਉਸ ਭਗਉਤੀ ਦਾ, ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਮੰਗਲਾਚਰਨ ਕੀਤਾ। ਫਿਰ ਭਗਉਤੀ ਦੇ ਨਾਮ ਲੈ ਕਰਕੇ ਅਕਾਲ ਪੁਰਖ ਨੂੰ ਚੇਤੇ ਕੀਤਾ। ਦੂਸਰੇ ਅਧਿਆਏ ਤੋਂ ਫਿਰ ਚਰਿੱਤਰ ਸ਼ੁਰੂ ਕਰ ਦਿੱਤੇ। ਹੁਣ ਵੇਖੋ,
ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਅੰਦਰ ਜੇ ਸੁਚੱਜੀ ਦਾ ਜ਼ਿਕਰ ਹੈ ਤੇ ਕੁਚੱਜੀ ਦਾ ਜ਼ਿਕਰ ਵੀ ਜ਼ਰੂਰ ਹੈ, ਜੇ ਸੁਹਾਗਣ ਦਾ ਜ਼ਿਕਰ ਹੈ ਤੇ ਦੁਹਾਗਣ ਦਾ ਜ਼ਿਕਰ ਵੀ ਹੈ। ਹੁਣ ਇੱਥੇ ਕੀ ਹੋਇਆ, ਰਾਜਾ ਚਿੱਤਰ ਸਿੰਘ ਉਹਦਾ ਵਿਵਾਹ ਹੋਇਆ ਇੱਕ ਸੁੰਦਰ ਕੰਨਿਆ ਦੇ ਨਾਲ, ਜਿਸ ਵਿਵਾਹ ਤੋਂ ਇੱਕ ਪੁੱਤਰ ਪੈਦਾ ਹੋਇਆ ਹਨੂਮੰਤ ਸਿੰਘ ਜੀ ਦਾ ਨਾਮ ਰੱਖਿਆ। ਸਮਾਂ ਆਉਣ ਤੇ ਰਾਜੇ ਦੀ ਇਹ ਇਸਤਰੀ ਰਾਜੇ ਨੂੰ ਛੱਡ ਕੇ ਚਲੀ ਗਈ। ਰਾਜੇ ਨੇ ਦੂਸਰਾ ਵਿਵਾਹ ਆਪਣੀ ਤੋਂ ਅੱਧੀ ਉਮਰ ਛੋਟੀ ਲੜਕੀ ਨਾਲ ਕਰਵਾਇਆ। ਹੁਣ ਉਮਰ ਦਾ ਵਖਰੇਵਾਂ ਪੈ ਗਿਆ, ਰਾਜਾ ਬਜ਼ੁਰਗ, ਉਹਦੀ ਇਸਤਰੀ ਉਹਦੇ ਤੋਂ ਜਵਾਨ, ਪਰ ਬਿਮਾਰੀ ਨੇ, ਕਾਮ ਨੇ ਐਸਾ ਸ਼ਿਕਾਰ ਕੀਤਾ ਕਿ ਰਾਣੀ ਆਪਣੇ ਸੁਤੇਲੇ ਪੁੱਤਰ ਤੇ ਮੋਹਿਤ ਹੋ ਗਈ। ਮੋਹਿਤ ਹੋਣ ਤੇ ਹਨੂਮੰਤ ਸਿੰਘ ਨੇ ਜਦ ਰਾਣੀ ਨੂੰ ਸਮਝਾਇਆ ਤਾਂ ਕਾਮ ਤੋਂ ਬਾਅਦ ਖਾਲਸਾ ਜੀ ਕ੍ਰੋਧ ਨੇ ਹਮਲਾ ਕੀਤਾ। ਕ੍ਰੋਧ ਵਿੱਚ ਆਪਣੇ ਵਸਤਰ ਪਾੜ ਦਿੱਤੇ, ਰੋਲਾ ਪਾ ਦਿੱਤਾ। फार चीर कर अपने मुख नख घाए लगाए, राजा को रोखित कियो तिनको चिन्ह दिखाए। राजे नूं उहदे ही पुत्तर दे खिलाफ भड़काया ते राजा काम विच अंधा अपने ही पुत्तर नूं जेल दे विच भेज के सीस धड़ तो जुदा करन दा हुक्म सुना दिता। पर राजे दे वजीर वो सूझवान सियाणे सन। वजीरां ने राजे नूं फिर समाज दीआं कहानियां सुना करके समाजक बुराइयां तो जाणू करवाया, समझाउणा शुरू किया। हुण इन्हां चरित्रां दे विच केवल इस्त्री दे चरित्र नहीं, बल्कि धार्मिक पहरावे दे विच जो पखंड कर रहे ने, जो विचारी ने, उन्हां पखंडियां दे पखंड नूं भी सामने लिआंदा। कलगीधर पातशाह ने पंजवें चरित्र दे विच एक भेखी जोगी बारे दस्सिया, जिहदे कोल भजन नहीं, केवल जोगियां वाला भेस है। एक जोगी बन में हुतो द्रम में कुटी बनाए, एक शाह की सुता को लै गयो मंत्र चलाए। कहंदे एक जोगी बन गया, भेख धारण कर लिया जोगियां वाला, पर भजन नहीं, कुटिया बना के जंगलों में रहन लग गया। जदों जोगी भिखिया लैन किसी शाह दे घर गया, पर उत्थे उहदी बेटी ते मोहत हो गया, उसनूं बेहोश करके वस विच करके अगवा कर लिया। सो इदां दी समाजिक गिरावट तो कलगीधर पातशाह ने भी, सतगुरु ने सुचेत करवाया कि कल्ला भेख ही ना होवे, आचरण भी होवे, कल्ला प्रचार ही ना होवे, आचार भी होवे। महाराज ने इन्हां चरित्रां दे विच जिथे पखंड दा जिक्र किया, उत्थे फिर पुजारी दे पखंड दा भी सतगुरु ने खंडन किया। 266वां चरित्र पढ़ो। महाराज कहंदे सुनो बेप तुम मंत्र देत जे, लूट लेत तेह घर बिद जेह के। कहंदे पंडिता तू मंत्र कादे वंड रहे हैं, तू तां लोकां दे घर लुट रहे हैं। क्यों? क्योंकि मंत्रां दे नाल परमात्मा दा ज्ञान नहीं होना। ना जंतर मैं, ना तंत्र मैं, ना मंत्र बस आवई, पुराण औ कुरान नेत नेत कै बतावई। सो पुरातन समय तो ही खालसा जी इन्हां औगणां तो वरजिया, पराई जान तो वरजिया, पराए माल तो वरजिया, पराए तन तो वरजिया, झूठ अदे मद तो वरजिया। क्योंकि ये अजिहे औगण ने नाल समाजिक मर्यादा भंग हुंदी है, मनुखी जीवन दागी हुंदा है। कलगीधर पातशाह जाणदे सन कि जंग दे मैदान दे विच आचरण ये नीवीं पੱਧਰ ਨੂੰ भी छू सकदा है। इस करके कलगीधर जी ने खालसे नूं इन्हां चरित्रां विच ही सुचेत कर दिता कि निज नारी के साथ ने हो तुम नित बढ़ाइयो, पर नारी की सेज भूल सुपने हो ना जाइयो। कि खालसा जी पर नारी दा, पर तन दा संग ते सुपने विच भुल के भी ना करना, ये बहुत वड्डा अपराध है, ये बज्जर कुरैत है। सतगुरु ने खालसे नूं गृहस्थ विच रहण दा उपदेश दिता। ते प्यारिओ मान करिए कलगीधर पातशाह ते गृहस्थी भी केड़ा, गृहस्थी भी ओ सो गिरही जो निग्रह करै, जप तप संजम भिखिया करै। खालसा जी जेड़े कहंदे ने कि कथा नहीं हो सकती, अश्लीलता है, मैं बेनती करां कि बाणी दा फरमान है जो पावहे भांडे विच वस्त सा निकलै, क्या कोई करे विचारा। जो तेरे हिरदे दे भांडे विच है वही बाहर निकलेगा। जे अंदर अश्लीलता है तो वही नज़र आएगी, जे अंदर ज्ञान है तो हर थां ज्ञान नज़र आवेगा। दूसरी मैं बेनती करां, काम नूं अश्लील दस्सण वाले अक्सर भुल जाते हैं कि जीवन की शुरुआत ही काम है। जिथों मनुखी जीवन आरंभ होया है
ਉਹ ਅਸ਼ਲੀਲ ਕਿਵੇਂ ਹੋ ਸਕਦਾ ਹੈ। ਅਸਲ ਵਿੱਚ ਖਾਲਸਾ ਜੀ ਕਾਮ ਰਸ ਵੀ ਇੱਕ ਸ਼ਕਤੀ ਹੈ। ਜੇ ਤਾਂ ਕਾਮ ਰਸ ਦੀ ਸ਼ਕਤੀ ਸੰਜਮ ਵਿੱਚ ਰਵੇ ਤੇ ਇਸ ਸ਼ਕਤੀ ਦਾ ਸਹੀ ਪ੍ਰਯੋਗ ਕਰਕੇ ਇਨਸਾਨ ਨਾਮ ਰਸ ਵਿੱਚ ਬਦਲ ਲਵੇ ਤੇ ਇਨਸਾਨ ਸੰਤ ਹੈ, ਇਹ ਗੁਰਮੁਖ ਹੈ, ਇਹ ਖਾਲਸਾ ਹੈ। ਜੇ ਇਹ ਸ਼ਕਤੀ ਦਾ ਗਿਆਨ ਨਹੀਂ, ਸੰਜਮ ਨਹੀਂ ਤੇ ਦੈਂਤ ਹੈ, ਦਾਨਵ ਹੈ। ਬਸ ਗੁਰਬਾਣੀ ਨੇ ਜੀਵਨ ਸੰਜਮ ਵਿੱਚ ਲਿਆਉਣਾ ਦੱਸਿਆ ਹੈ, ਪਰ ਅੱਜ ਹਾਲਾਤ ਇਹ ਨੇ ਖਾਲਸਾ ਜੀ ਕਿ ਮਾफ़ ਕਰਿਓ, ਸੋਸ਼ਲ ਮੀਡੀਆ ਤੇ ਛਾਏ ਰਹਿਣ ਲਈ ਮੂਰਖ ਕੋਈ ਨਾ ਕੋਈ ਮੁੱਦਾ ਛੇੜ ਕੇ ਰੱਖਦੇ। ਗੁਰਬਾਣੀ ਦੀ ਕਥਾ ਤਾਂ ਕਰ ਨਹੀਂ ਹੁੰਦੀ, ਡਰਾਮੇ ਕਰਕੇ ਗੁਰਬਾਣੀ ਦੀ ਨਿੰਦਾ ਸ਼ੁਰੂ ਕਰ ਲੈਂਦੇ ਨੇ। ਸੋ ਸਭ ਨੂੰ ਸੁਚੇਤ ਹੋਣ ਦੀ ਜ਼ਰੂਰਤ ਹੈ, ਕਿਉਂਕਿ ਗੁਰਬਾਣੀ ਉਹੀ ਸਮਝੇਗਾ ਜੋ ਬੁੱਧੀ ਮੰਡਲ ਦੀ ਕੈਦ ਤੋਂ ਆਜ਼ਾਦ ਹੈ, ਪਰ ਜੋ ਹਜੇ ਬੁੱਧੀ ਮੰਡਲ ਦੀ ਕੈਦ ਵਿੱਚ ਹਨ ਉਹ ਸਮਝ ਨਹੀਂ ਸਕਦੇ, ਅਤੇ ਜਿਨ੍ਹਾਂ ਮੂਰਖਾਂ ਕੋਲ ਬੁੱਧੀ ਨਹੀਂ ਉਹ ਕੇਵਲ ਨਿੰਦਿਆ ਕਰ ਸਕਦੇ ਨੇ। ਸੋ ਖਾਲਸਾ ਜੀ ਕਲਗੀਧਰ ਪਾਤਸ਼ਾਹ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਉੱਤੇ ਭਾਵਨਾ ਬਣਾ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰਕੇ ਬਾਣੀ ਨੂੰ ਸਮਝਣ ਦਾ ਯਤਨ ਕਰੀਏ। ਵਿਚਾਰ ਕਰਦਿਆਂ ਅਨੇਕਾਂ ਭੁੱਲਾਂ ਹੋਈਆਂ ਹਨ, ਆਪ ਸਭ ਬਖਸ਼ਣਯੋਗ ਹੋ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।